ਸਤਿ ਸ਼੍ਰੀ ਅਕਾਲ ਜੀ। ਰੌਣਕ ਪੰਜਾਬ ਦੀ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਅਨਿਕੇਤ ਚੰਦਨ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਕਰਦੀ ਹਾਂ ਤੇ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਰਿਆਂ ਦੇ ਰੂਬਰੂ ਇਮੀਗ੍ਰੇਸ਼ਨ ਟਾਕ ਸ਼ੋ। ਤੇ ਇਸ ਵਾਰ ਸਾਡੇ ਨਾਲ ਅੱਜ ਫਿਰ ਤੋਂ ਮੌਜੂਦ ਨੇ ਸੁਖਪਾਲ ਪਰਮਾਰ ਸਰ। ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ। ਸੋ ਅੱਜ ਆਪਾਂ ਖਾਸ ਕਰਕੇ ਗੱਲ ਕਰਾਂਗੇ ਵਰਕ ਪਰਮਿਟ ਤੇ, ਪਰ ਉਸ ਤੋਂ ਪਹਿਲਾਂ ਮੈਂ ਆਉਣਾ ਚਾਹਾਂਗੀ ਕਿ ਆਪਾਂ ਪਿਛਲੀ ਵਾਰ ਜੋ ਪ੍ਰੋਗਰਾਮ ਕੀਤਾ ਸੀ, ਲਾਸਟ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕੀਤੀ ਸੀ ਟੂਰਿਸਟ ਵੀਜ਼ਾ ਦੀ। ਤਾਂ ਬਹੁਤ ਸਾਰੇ ਲੋਕਾਂ ਦਾ ਇੱਕ ਸਵਾਲ ਸਾਨੂੰ ਆਇਆ ਕਿ ਜੋ ਆਪਾਂ USA ਦਾ ਟੂਰਿਸਟ ਵੀਜ਼ਾ ਲਗਾਉਂਦੇ ਆ ਉਹਦੇ ਵਿੱਚ ਜੋ ਇੰਟਰਵਿਊ ਦਾ ਇੱਕ ਪ੍ਰੋਸੀਜਰ ਹੁੰਦਾ ਉਸ ਤੋਂ ਬਹੁਤ ਸਾਰੇ ਲੋਕ ਡਰਦੇ ਨੇ, ਖਾਸ ਕਰਕੇ ਸਾਡੇ ਪੰਜਾਬੀ। ਸੋ ਇਸ ਦੇ ਉੱਪਰ ਥੋੜਾ ਚਾਨਣਾ ਪਾਓ। ਦੇਖੋ USA ਹੀ ਇੱਕ ਐਸੀ ਕੰਟਰੀ ਹੈ ਜਦੋਂ ਤੁਸੀਂ ਟੂਰਿਸਟ ਵੀਜ਼ਾ ਆਪਣਾ ਅਪਲਾਈ ਕਰਦੇ ਹੋ ਉੱਥੇ, ਜਾਂ ਤੁਸੀਂ ਪਰਮਾਨੈਂਟ ਇਮੀਗ੍ਰੇਸ਼ਨ ਜਾਂ ਮੈਰਿਜ ਬੇਸ 'ਤੇ ਤੁਸੀਂ ਜਾਣਾ ਚਾਹੁੰਦੇ ਹੋ, ਉਹ ਹਮੇਸ਼ਾ ਇੰਟਰਵਿਊ ਲੈਂਦੇ ਨੇ। ਉਹ ਡਾਕੂਮੈਂਟੇਸ਼ਨ ਦੇ ਉੱਤੇ ਜ਼ਿਆਦਾ ਬਿਲੀਵ ਨਹੀਂ ਕਰਦੇ। ਉਹ ਕਹਿੰਦੇ ਕਿ ਇੰਟਰਵਿਊ ਦੇ ਵਿੱਚ ਤੁਸੀਂ ਆਓ, ਅਸੀਂ ਤੁਹਾਨੂੰ ਉਸ ਇੰਟਰਵਿਊ ਦੇ ਬੇਸ 'ਤੇ ਜੱਜ ਕਰਾਂਗੇ ਜੋ ਤੁਸੀਂ ਫਾਰਮ ਫਿਲ ਕੀਤਾ ਹੈ, ਕਿ ਮੈਂ ਕੀ ਕਰਨ ਜਾ ਰਿਹਾ, ਰੀਜ਼ਨ ਕੀ ਹੈ, ਤੁਹਾਡੇ ਕੋਲ ਕਿੰਨੀ ਫੰਡਸ ਨੇ ਅਵੇਲੇਬਲ ਨੇ ਜਾਣ ਦੇ ਲਈ। ਇਹਨਾਂ ਚੀਜ਼ਾਂ ਦੇ ਲਈ ਉਹ ਇੰਟਰਵਿਊ ਕੰਡਕਟ ਕਰਦੇ ਨੇ। ਜਿਹੜਾ ਇੰਟਰਵਿਊ ਹੈ ਉਹ ਬੜੀ ਮੁਸ਼ਕਿਲ ਨਾਲ 1 ਜਾਂ 2 ਮਿੰਟ ਦਾ ਹੁੰਦਾ ਹੈ। ਉਹ 1-2 ਮਿੰਟ ਦੇ ਵਿੱਚ ਹੀ ਜੱਜ ਕਰ ਲੈਂਦੇ ਨੇ ਕਿ ਇਹ ਬੰਦਾ ਜੈਨੂਨ ਹੈ, ਇਹ ਜਾਣ ਵਾਲਾ ਹੈ ਜਾਂ ਕੋਈ ਹੋਰ ਹੈ। ਵੀ ਐਟ ਸ਼ਾਈਨ ਓਵਰਸੀਜ਼ ਅਸੀਂ ਇੰਟਰਵਿਊ ਦੀ 100% ਉੱਥੇ ਤਿਆਰੀ ਕਰਾਉਂਦੇ ਹਾਂ। ਜਿੱਦਾਂ ਤੁਸੀਂ ਐਮਬੈਸੀ 'ਚ ਜਾਓਗੇ, ਉੱਥੇ ਕੈਬਿਨਸ ਬਣੇ ਹੁੰਦੇ ਨੇ, ਕੈਬਿਨਸ ਦੇ ਥਰੂ ਇੰਟਰਵਿਊ ਹੁੰਦਾ ਹੈ। ਅਸੀਂ ਵੀ ਸ਼ਾਈਨ ਓਵਰਸੀਜ਼ ਆਪਣੇ ਆਫਿਸ ਦੇ ਵਿੱਚ ਸੇਮ ਕੈਬਿਨਸ ਬਣਾਏ ਹੋਏ ਆ ਜਿੱਦਾਂ USA ਦੇ ਵਿੱਚ ਐਮਬੈਸੀ ਦੇ ਵਿੱਚ ਨੇ। ਅਸੀਂ ਉੱਥੇ ਹੀ ਬੰਦੇ ਦੀ ਤਿਆਰੀ ਕਰਾਈ ਦੀ ਹੈ ਸੋ ਦੈਟ ਉਹਨਾਂ ਦਾ ਜਿਹੜਾ ਕੌਨਫੀਡੈਂਸ ਹੈ ਨਾ ਉਹ ਬਿਲਡ ਹੋ ਜਾਏ। ਹੁਣ USA ਜਦੋਂ ਇੰਟਰਵਿਊ ਲੈਂਦਾ ਹੈ ਉਹ ਤੁਹਾਡੇ ਕੋਲ ਕੀ ਪੁੱਛਣਗੇ? ਸਭ ਤੋਂ ਪਹਿਲਾਂ ਤੁਸੀਂ ਕਿਉਂ ਜਾ ਰਹੇ ਹੋ, ਤੁਹਾਡਾ ਜਾਣ ਦਾ ਰੀਜ਼ਨ ਕੀ ਹੈ, ਸਭ ਤੋਂ ਪਹਿਲਾਂ ਇਹ ਕੁਐਸਚਨ ਆਏਗਾ। ਫਿਰ ਉਹ ਪੁੱਛਦੇ ਨੇ ਤੁਹਾਨੂੰ ਕਿ ਤੁਸੀਂ ਇੱਥੇ ਇੰਡੀਆ 'ਚ ਕੀ ਕਰਦੇ ਹੋ, ਤੁਹਾਡਾ ਕੰਮਕਾਰ ਕੀ ਹੈ, ਤੁਹਾਡੀ ਫੈਮਿਲੀ 'ਚ ਕੌਣ ਨੇ, ਤੁਸੀਂ ਬਾਹਰ ਜਦੋਂ ਜਾ ਰਹੇ ਹੋ ਸਿਰਫ ਘੁੰਮਣ ਲਈ ਜਾ ਰਹੇ ਹੋ ਜਾਂ ਤੁਹਾਡੇ ਰਿਲੇਟਿਵਸ ਨੇ ਉੱਥੇ। ਦ ਮੂਮੈਂਟ ਤੁਸੀਂ ਕਿਹਾ ਕਿ ਮੈਂ ਆਪਣੇ ਰਿਲੇਟਿਵਸ ਕੋਲ ਜਾ ਰਿਹਾ ਜਾਂ ਮੇਰੀ ਸਿਸਟਰ ਉੱਥੇ ਹੈ, ਮੇਰੇ ਪੇਰੈਂਟਸ ਉੱਥੇ ਹੈ, ਉਹਨਾਂ ਬਾਰੇ ਸਾਰੇ ਹੀ ਕੁਐਸਚਨ ਪੁੱਛ ਲੈਣੇ ਤੁਹਾਡੇ ਕੋਲ। ਤੁਹਾਡੀ ਅਗਰ ਲੈਟਸ ਸੇ ਤੁਹਾਡੀ ਸਿਸਟਰ ਉੱਥੇ ਹੈ, ਮੈਰਿਡ ਹੈ, ਠੀਕ ਹੈ, ਉਹਨਾਂ ਨੇ ਤੁਹਾਡੇ ਕੋਲ ਪੁੱਛ ਲੈਣਾ ਹੈ ਕਿ ਉਹ ਸਿਸਟਰ ਉੱਥੇ ਕੀ ਕੰਮ ਕਰਦੀ ਹੈ, ਕਿਹੜੇ ਸਾਲ 'ਚ ਗਈ ਸੀਗੀ, ਉਹਨਾਂ ਦਾ ਹਸਬੈਂਡ ਕੀ ਕੰਮ ਕਰਦਾ, ਉਹਨਾਂ ਦੀ ਫੈਮਿਲੀ 'ਚ ਹੋਰ ਕੌਣ ਹੈ, ਬੱਚੇ ਕੌਣ ਨੇ, ਬੱਚਿਆਂ ਦੇ ਨਾਮ ਕੀ ਨੇ। ਅਗਰ ਤੁਹਾਡੀ ਰੀਅਲ ਸਿਸਟਰ ਐਕਚੁਅਲ 'ਚ ਉੱਥੇ ਹੈਗੀ ਹੈ ਤਾਂ ਤੁਹਾਨੂੰ ਸਾਰੀ ਚੀਜ਼ਾਂ ਦਾ ਪਤਾ ਵੀ ਹੋਏਗਾ। ਸੋ ਉਹ ਇਹੀ ਚੀਜ਼ਾਂ ਚੈੱਕ ਕਰਦੇ ਨੇ ਕਿ ਜਿਹੜਾ ਬੰਦਾ USA ਟੂਰਿਸਟ ਵੀਜ਼ਾ ਲਈ ਅਪਲਾਈ ਕੀਤਾ ਹੈ ਜਾਂ ਇਮੀਗ੍ਰੇਸ਼ਨ ਲਈ ਅਪਲਾਈ ਕੀਤਾ, ਜਿਹੜੇ ਵੀਜ਼ੇ ਲਈ ਵੀ ਅਪਲਾਈ ਕੀਤਾ ਹੈ, ਉਹ ਜੈਨੂਨ ਹੈ ਜਾਂ ਨਹੀਂ। ਉਹ ਮੈਂ ਕਹਿੰਦਾ ਕਿ USA ਦਾ ਵੀਜ਼ਾ ਲੈਣਾ ਬਹੁਤ ਸੌਖਾ ਹੈ ਕਿਉਂਕਿ ਉੱਥੇ ਤੁਹਾਨੂੰ ਕੋਈ ਪੇਪਰ ਪ੍ਰੈਜ਼ੈਂਟ ਨਹੀਂ ਕਰਨਾ ਪੈਂਦਾ ਜੀ। USA ਦੇ ਵਿੱਚ ਉਹ ਤੁਹਾਡੇ ਕੋਲ ਕੋਈ ਤੁਹਾਡੇ ਇਨਕਮ ਟੈਕਸ ਰਿਟਰਨਸ, ਕੋਈ ਤੁਹਾਡੇ ਸੇਵਿੰਗ ਪ੍ਰੂਫ ਕੁਛ ਨਹੀਂ ਮੰਗਦੇ। ਮੈਂ ਦੇਖਿਆ ਲੋਕੀ ਇੰਟਰਵਿਊ ਦੇ ਵਿੱਚ ਨਾ ਆਪਣੀ ਐਡੀ ਮੋਟੀ ਫਾਈਲ ਬਣਾ ਕੇ ਲੈ ਜਾਂਦੇ ਆ, ਉਹ ਫੜਾਉਂਦੇ ਰਹਿੰਦੇ ਆ ਤੇ ਉਹ ਮਨਾ ਕਰ ਦਿੰਦੇ ਅਸੀਂ ਇਹ ਨਹੀਂ ਦੇਖਣਾ, ਅਸੀਂ ਤੁਹਾਡੇ ਕੋਲ ਖੁਦ ਜਵਾਬ ਲੈਣਾ ਹੈ। ਸੋ USA ਇਜ਼ ਡਿਫਰੈਂਟ ਦੈਨ ਆਲ ਅਦਰ ਕੰਟਰੀ। ਉਹਨਾਂ ਨੇ ਹਮੇਸ਼ਾ ਤੁਹਾਡੇ ਕੋਲ ਇੰਟਰਵਿਊ ਹੀ ਲੈਣਾ ਔਰ ਤੁਹਾਡੇ ਕੋਲ ਵਰਬਲੀ ਪੁੱਛਣਾ ਹੈ। ਅਗਰ ਤੁਸੀਂ ਉਹਨਾਂ ਦੇ ਜਵਾਬ ਸਕਸੈਸਫੁਲੀ ਦੇ ਦਿੰਦੇ ਹੋ ਤਾਂ ਤੁਹਾਨੂੰ ਵੀਜ਼ਾ ਮਿਲ ਜਾਏਗਾ ਜੀ। ਓਕੇ, ਹੁਣ ਜੋ ਸਾਡੇ ਦਰਸ਼ਕ ਨੇ ਉਹਨਾਂ ਦੇ ਸਾਰੇ ਸਵਾਲ ਜੋ ਟੂਰਿਸਟ ਵੀਜ਼ੇ ਤੇ ਉਹ ਕਲੀਅਰ ਹੋ ਗਏ ਹੋਣਗੇ। ਤੇ ਹੁਣ ਆਪਾਂ ਆਉਂਦੇ ਹਾਂ ਵਰਕ ਪਰਮਿਟ ਤੇ। ਲੋਕ ਬਹੁਤ ਸਾਰੀ ਕੰਟਰੀਜ਼ ਦੇ ਵਿੱਚ ਜਾਂਦੇ ਨੇ ਵਰਕ ਪਰਮਿਟ ਲੈ ਕੇ, ਖਾਸ ਕਰਕੇ ਕੈਨੇਡਾ ਦੇ ਵਿੱਚ। ਤੇ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਤਾਂ ਸਾਡੇ ਬਹੁਤ ਸਾਰੇ ਪੰਜਾਬੀ ਜੋ ਇਸ ਵਕਤ ਕੈਨੇਡਾ ਬੈਠੇ ਹੋਏ ਨੇ, ਬਹੁਤ ਸਾਰੇ ਲੋਕ ਜੋ ਬਹੁਤ ਸਾਰੇ ਪੈਸੇ ਖਰਚ ਕਰਕੇ ਜਾਂਦੇ ਨੇ। ਸੋ ਉਸ ਤੇ ਥੋੜਾ ਚਾਨਣਾ ਪਾਓ। ਦੇਖੋ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਅਸੀਂ ਕੈਨੇਡਾ ਵਰਕ ਪਰਮਿਟ 'ਤੇ ਜਾਣਾ, ਉਹਨਾਂ ਲਈ ਇੱਥੇ ਮਿਹਨਤ ਕਰਨਾ ਮੁਸ਼ਕਿਲ ਹੈ। ਬਟ ਉਹ ਕਹਿੰਦੇ ਕਿ ਅਸੀਂ 25 ਲੱਖ ਰੁਪਏ 26 ਲੱਖ ਰੁਪਏ ਲਾ ਕੇ ਕੈਨੇਡਾ ਚਲਾ ਜਾਵਾਂਗੇ, ਉੱਥੇ ਤਾਂ ਦੁਬਾਰਾ ਕਮਾ ਹੀ ਲਵਾਂਗੇ। ਪਰ ਅੱਜ ਮੈਂ ਤੁਹਾਨੂੰ ਕਲੀਅਰ ਕਰਦਾ ਕਿ ਉੱਥੇ ਤਾਂ ਇਹਦਾ ਲੋਕੀ ਕਰ ਕੀ ਰਹੇ ਨੇ ਇਸ ਵੇਲੇ। ਕੈਨੇਡਾ ਦੇ ਵਿੱਚ LMIA ਲੈਣੀ ਪੈਂਦੀ ਹੈ, ਉਹ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ, ਇੱਕ ਉਹਨਾਂ ਨੇ ਇੱਕ ਆਰਗੇਨਾਈਜੇਸ਼ਨ ਬਣਾਈ ਹੋਈ ਹੈ ਗਵਰਨਮੈਂਟ ਦੀ। ਅਗਰ ਤੁਸੀਂ ਕੈਨੇਡਾ ਦੇ ਵਿੱਚ ਜੌਬ ਲੈਣੀ ਹੈ, ਜਿਹਨੂੰ ਅਸੀਂ ਵਰਕ ਪਰਮਿਟ ਕਹਿੰਦੇ ਹਾਂ, ਅਗਰ ਉਹ ਲੈਣਾ ਹੈ ਤਾਂ ਲੇਬਰ ਮਾਰਕੀਟ ਤੋਂ ਅਪਰੂਵ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਉੱਥੇ ਦਾ ਜਿਹੜਾ ਮਾਲਕ ਹੈ, ਆਪਾਂ ਗੱਲ ਕਰੀਏ ਟਰੱਕਿੰਗ ਦੀ, ਇੱਕ ਆਪਣੇ ਪੰਜਾਬੀ ਟਰੱਕ ਬਹੁਤ ਚਲਾਉਂਦੇ ਨੇ, ਇੱਕ ਟਰੱਕਿੰਗ ਕੰਪਨੀ ਹੈ। ਉਹ ਕੰਪਨੀ ਨੂੰ ਪਹਿਲਾਂ ਕੈਨੇਡੀਅਨ ਗਵਰਨਮੈਂਟ ਦੀ ਜਿਹੜੀ ਲੇਬਰ ਮਾਰਕੀਟ ਹੈ ਉਹਨੂੰ ਕਹਿਣਾ ਪਏਗਾ ਕਿ ਮੈਨੂੰ ਇੱਕ ਡਰਾਈਵਰ ਦੀ ਲੋੜ ਹੈ ਤੇ ਮੈਂ ਬੰਦਾ ਇੰਡੀਆ ਤੋਂ ਬੁਲਾਉਣਾ ਹੈ। ਉਹ ਉਸੇ ਟਾਈਮ ਮਨਾ ਕਰ ਦੇਣਗੇ। ਵਾਏ? ਪਹਿਲਾਂ ਤਾਂ ਕੈਨੇਡੀਅਨ ਬੰਦੇ ਨੂੰ ਤੁਸੀਂ ਉਹ ਕਹਿਣਗੇ ਇੱਥੇ ਰੱਖੋ ਜੌਬ 'ਤੇ, ਤਾਂ ਕਿ ਉਹਨਾਂ ਦੇ ਆਪਣੇ ਬੰਦਿਆਂ ਨੂੰ ਇੰਪਲੋਇਮੈਂਟ ਮਿਲੇ। ਉਹਨੂੰ ਨਿਊਜ਼ਪੇਪਰ 'ਚ ਐਡ ਦੇਣੀ ਪਏਗੀ, ਉਹਨੂੰ ਉਹਨਾਂ ਦੇ ਗਵਰਨਮੈਂਟ ਦੀ ਵੈਬਸਾਈਟ 'ਤੇ ਦੇਣਾ ਪਏਗਾ, ਉਹਨੂੰ ਉੱਥੇ ਇੰਟਰਵਿਊ ਕੰਡਕਟ ਕਰਾਉਣੇ ਪੈਣਗੇ। ਉਹ ਸਾਰਿਆਂ ਨੂੰ ਰਿਜੈਕਟ ਕਰ ਦਿੰਦੇ ਨੇ। ਉਸ ਤੋਂ ਬਾਅਦ ਕਹਿੰਦੇ ਸਾਨੂੰ ਹਜੇ ਕੰਮ ਦਾ ਬੰਦਾ ਨਹੀਂ ਮਿਲਿਆ, ਸੋ ਮੈਨੂੰ ਇੱਕ ਨੋਨ ਬੰਦਾ ਮੇਰਾ ਇੰਡੀਆ 'ਚ ਹੈਗਾ ਆ, ਉਹਨੂੰ ਮੈਂ ਵਰਕ ਪਰਮਿਟ 'ਤੇ ਇੱਥੇ ਬੁਲਾਉਣਾ ਹੈ।
ਇਹਦਾ ਜਿਹੜਾ ਖਰਚਾ ਹੈ ਨਾ, ਅਗਰ ਅਸੀਂ ਐਡਵੋਕੇਟ ਤੇ ਬਾਕੀ ਫੀਸਿਸ ਮਿਲਾ ਕੇ ਦੇਖੀਏ ਤਾਂ $500 ਤੋਂ $1000 ਤੋਂ ਜ਼ਿਆਦਾ ਨਹੀਂ ਹੈਗਾ ਜੀ। ਠੀਕ ਹੈ, ਬਟ ਹੁਣ ਇੰਪਲੋਇਰਸ ਕੀ ਕਰ ਰਹੇ ਨੇ ਕਿ ਕਲਾਇੰਟ ਕੋਲੋਂ 20 ਤੋਂ 25 ਲੱਖ ਰੁਪਏ ਇਸੇ ਚੀਜ਼ ਦਾ ਲੈ ਲੈਂਦੇ ਕਿ ਮੈਂ ਤੈਨੂੰ ਵਰਕ ਪਰਮਿਟ ਦੇ ਰਿਹਾ ਜੀ। ਠੀਕ ਹੈ ਜੀ। ਉਹ ਵਰਕ ਪਰਮਿਟ ਲਈ 20-25 ਲੱਖ ਰੁਪਏ ਖਰਚ ਕਰਕੇ ਉਹ ਕੈਨੇਡਾ ਆ ਜਾਂਦੇ ਨੇ। ਕੈਨੇਡਾ ਆ ਕੇ ਉਹਨਾਂ ਨੂੰ ਜੌਬ ਵੀ ਨਹੀਂ ਮਿਲਦੀ। ਬਿਲਕੁਲ, ਇਹ ਬਿਲਕੁਲ ਸੱਚ ਦੱਸ ਰਿਹਾ ਮੈਂ, ਉਹਨਾਂ ਨੂੰ ਕੋਈ ਜੌਬ ਨਹੀਂ ਮਿਲਦੀ ਉੱਥੇ। ਉਹਨਾਂ ਨੂੰ ਕਿਹਾ ਜਾਂਦਾ ਹੁਣ ਤੁਸੀਂ ਕੈਸ਼ ਤੇ ਕਿਤੇ ਕੰਮ ਕਰ ਲਓ ਜੀ, ਤੇ ਮੈਨੂੰ ਟੈਕਸ ਦੇਈ ਜਾਓ, ਮੈਨੂੰ ਤੁਸੀਂ ਆਪਣਾ ਟੈਕਸ ਮੈਨੂੰ ਦੇਣਾ ਹੈ, ਮੈਂ ਤੁਹਾਡਾ ਟੈਕਸ ਜਿਹੜਾ ਗਵਰਨਮੈਂਟ ਨੂੰ ਫਿਲ ਕਰੀ ਜਾਊਂਗਾ। 2 ਸਾਲ ਤੱਕ ਆਪਾਂ ਇਹੀ ਪ੍ਰੋਸੀਜਰ ਕਰਾਂਗੇ। 2 ਸਾਲ ਬਾਅਦ ਤੂੰ ਫਿਰ ਕਿਸੇ ਹੋਰ ਜੌਬ 'ਚ ਅਪਲਾਈ ਕਰ ਲਈ ਤੇ ਤੂੰ PR ਲਈ ਐਲੀਜੀਬਲ ਹੋ ਜਾਏਗਾ। ਬਿਲਕੁਲ ਖੱਜਲ ਖੁਆਰ ਹੋਣ ਵਾਲੀਆਂ ਗੱਲਾਂ। ਉਹ ਬਿਲਕੁਲ ਜੀ, ਬਿਲਕੁਲ ਬਿਲਕੁਲ। ਔਰ ਇੱਕ ਹੋਰ ਸਵਾਲ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਉੱਠਦਾ ਹੋਵੇਗਾ ਕਿ ਹੁਣ ਕੋਵਿਡ ਦੇ ਚੱਲਦੇ ਇੱਕ ਤਾਂ ਜੋ ਉੱਥੇ ਸਥਿਤੀ ਹੈ ਇਹ ਹੈ ਕਿ ਜੌਬ ਪਤਾ ਨਹੀਂ ਮਿਲਦੀ ਹੈ ਕਿ ਨਹੀਂ ਮਿਲਦੀ। ਜੀ ਜੀ। ਠੀਕ ਹੈ, ਤੇ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੈ ਕਿ ਜੋ ਵਰਕ ਪਰਮਿਟ ਤੇ ਜਾਂਦੇ ਵੀ ਨੇ, ਅਗਰ ਉਹ ਬਿਲਕੁਲ ਸਹੀ ਪ੍ਰੋਸੀਜਰ ਦੇ ਨਾਲ ਜਾਂਦੇ ਨੇ, ਫਿਰ ਵੀ ਉੱਥੇ ਜਾ ਕੇ ਜੌਬ ਦੀ ਕਿੰਨੇ ਕੁ ਚਾਂਸਸ ਨੇ? ਦੇਖੋ, ਇਸ ਟਾਈਮ ਤਾਂ ਹਰ ਕੰਟਰੀ ਹੀ ਕੋਵਿਡ ਦੇ ਨਾਲ ਜੂਝ ਰਹੀ ਹੈ। ਕੈਨੇਡਾ ਦੇ ਵਿੱਚ ਵੀ ਸੇਮ ਪੋਜੀਸ਼ਨ ਹੈ। ਉੱਥੇ ਦੇ ਵੈਸੇ ਹੀ ਬਹੁਤ ਸਾਰੇ ਲੋਕ ਜਿਹੜੇ ਅਨਇੰਪਲੋਇਡ ਬੈਠੇ ਨੇ, ਉਹਨਾਂ ਕੋਲ ਖੁਦ ਜੌਬ ਨਹੀਂ ਹੈਗੀ ਇਸ ਵੇਲੇ। ਜੀ। ਫਿਰ ਵੀ ਡਿਲੀਵਰੀਜ਼ ਦੀਆਂ ਜੌਬ ਕਰ ਰਹੇ ਆ ਇਸ ਵੇਲੇ ਉੱਥੇ ਜਿਹੜੇ ਲੋਕ ਜਿਨ੍ਹਾਂ ਦੀ ਜੌਬ ਚਲੇ ਗਈਆਂ ਨੇ। ਬਟ ਟਰੱਕਿੰਗ ਐਂਡ ਜਿਹੜੀਆਂ ਦੂਸਰੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਹਜੇ ਵੀ ਜੌਬ ਹੈਗੀ ਹੈ। ਸੋ ਅਗਰ ਇਸ ਟਾਈਮ ਤੇ ਅਸੀਂ ਕਹਿੰਦੇ ਅਸੀਂ ਵਰਕ ਪਰਮਿਟ ਅਪਲਾਈ ਸਾਨੂੰ ਕਰਨਾ ਚਾਹੀਦਾ ਕਿ ਨਹੀਂ, ਦੇਖੋ ਅਪਲਾਈ ਹੋ ਸਕਦਾ ਇਸ ਵੇਲੇ ਵੀ। ਬਟ ਅਗਰ ਤੁਹਾਡਾ ਕੋਈ ਨੋਨ ਹੈਗਾ ਜਿਹਦਾ ਆਪਣਾ ਬਿਜ਼ਨਸ ਹੈ, ਉਹ ਅਗਰ ਤੁਹਾਡੀ ਹੈਲਪ ਕਰਨ ਦਾ ਮਤਲਬ ਹੈ ਕਿ $500,000 ਦਾ ਖਰਚਾ ਉਹ ਤੁਸੀਂ ਪੇ ਕਰ ਸਕਦੇ ਹੋ, ਐਡਵੋਕੇਟ ਨੂੰ ਦੇ ਦਿਓ, ਉਹ ਤੁਹਾਡੇ ਲਈ ਅਪਰੂਵਲ ਕਰਾ ਦੇਗਾ LMIA ਫਰੋਮ ਦ ਲੇਬਰ ਮਾਰਕੀਟ। ਉਸ ਤੋਂ ਬਾਅਦ ਉਹ ਤੁਹਾਨੂੰ ਵਰਕ ਪਰਮਿਟ ਇਸ਼ੂ ਕਰ ਦੇਣਗੇ ਤੇ ਤੁਸੀਂ ਉੱਥੇ ਚਲੇ ਜਾਓ। ਤੁਹਾਨੂੰ ਉਸ ਇੰਪਲੋਇਰ ਜਿਹੜਾ ਉਹ 25 ਤੋਂ 30 ਲੱਖ ਰੁਪਇਆ ਜੋ ਲੈ ਰਹੇ ਨੇ ਉਹ ਤੁਹਾਡਾ ਬਚ ਸਕਦਾ ਹੈ ਵਰਕ ਪਰਮਿਟ। ਬਟ ਅਗਰ ਤੁਹਾਡਾ ਉੱਥੇ ਕੋਈ ਨੋਨ, ਤੁਹਾਡਾ ਕੋਈ ਫਰੈਂਡ ਜਾਂ ਤੁਹਾਡਾ ਕੋਈ ਰਿਲੇਟਿਵ ਹੈਗਾ, ਉਹ ਦੇ ਦੇਗਾ ਤਾਂ। ਔਰ ਇੱਕ ਹੋਰ ਵੀ ਬਹੁਤ ਸਾਰੇ ਇਦਾਂ ਦੇ ਫਰਾਡ ਵੀ ਹੁੰਦੇ ਨੇ, ਜੀ। ਜਿਵੇਂ ਬਹੁਤ ਸਾਰੇ ਏਜੰਟਸ ਇਦਾਂ ਦੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਅਸੀਂ ਤੁਹਾਡਾ ਵਰਕ ਪਰਮਿਟ ਲਗਵਾ ਦੇਵਾਂਗੇ, ਸਾਨੂੰ ਉਧਰ ਕੰਪਨੀ ਜਾਣਦੀ ਹੈ, ਜੀ, ਤੇ ਜੀ। ਉਹ ਬਹੁਤ ਸਾਰੇ ਜੋ ਲੋਕਾਂ ਕੋਲੋਂ ਪੈਸੇ ਵੀ ਲੈ ਲੈਂਦੇ ਨੇ। ਇਹ ਕਿੱਥੋਂ ਜੀ। ਤੱਕ ਜਾਇਜ਼ ਹੈ? ਕਿੰਨਾ ਕੁ ਖਰਚਾ ਆਉਂਦਾ? ਸੱਚੀ ਖਰਚਾ ਆਉਂਦਾ ਵੀ ਹੈ ਇੱਦਾਂ ਜਾਂ ਨਹੀਂ ਆਉਂਦਾ? ਦੇਖੋ, ਇਹ ਸਾਰਾ ਝੂਠ ਹੈ। ਇਹ ਇਮੀਗ੍ਰੇਸ਼ਨ ਦਾ ਬਿਜ਼ਨਸ ਜਿਹੜਾ ਟੋਟਲ ਬਦਨਾਮ ਕੀਤਾ ਹੋਇਆ ਹੈ। ਜੀ। ਲੋਕ ਮੈਨੂੰ ਪਤਾ ਹੈ, ਇੱਥੇ ਮੈਂ ਨਿਊਜ਼ਪੇਪਰ 'ਚ ਐਡਵਰਟਾਈਜ਼ਮੈਂਟ ਮੈਨੂੰ ਮੈਸੇਜ ਆਉਂਦੇ ਰਹਿੰਦੇ ਨੇ, ਬੜਾ ਉਹਦੇ 'ਚ ਲਿਖਿਆ ਹੁੰਦਾ ਹੈ 80,000 ਰੁਪਏ ਦੇ ਵਿੱਚ ਅਸੀਂ ਵੀਜ਼ਾ ਲਗਾ ਦਾਂਗੇ, ਅਸੀਂ ਕੋਈ ਪੈਸਾ ਪਹਿਲਾਂ ਨਹੀਂ ਲਵਾਂਗੇ, ਸਾਰੇ ਪੈਸੇ ਬਾਅਦ ਵਿੱਚ ਲਵਾਂਗੇ। ਉਹਨਾਂ ਏਜੰਟਸ ਦਾ ਕੰਮ ਕੀ ਹੈ? ਉਹ ਕਹਿੰਦੇ ਨੇ ਜੀ ਤੁਸੀਂ ਇੱਦਾਂ ਕਰੋ, ਤੁਹਾਨੂੰ ਵਰਕ ਪਰਮਿਟ ਦਿਲਾ ਕੇ ਦਿੰਨੇ ਆ ਉੱਥੇ, 80,000 ਰੁਪਏ ਤੁਹਾਡੀ ਸੈਲਰੀ ਹੋਏਗੀ ਮਹੀਨੇ ਦੀ, ਲੱਖ ਰੁਪਏ ਹੋਏਗੀ ਬੇਸਿਕਲੀ, ਅਸੀਂ 20,000 ਰੁਪਏ 2 ਸਾਲ ਤੱਕ ਤੁਹਾਡਾ ਕੱਟਦੇ ਰਹਾਂਗੇ ਸੈਲਰੀ ਦੇ ਵਿੱਚੋਂ। ਠੀਕ ਹੈ, ਇਹ ਹੁੰਦੇ ਆ ਝਾਂਸੇ ਦੇਣੇ। ਤੁਹਾਨੂੰ ਇੱਕ ਦੱਸਾ ਕਿ ਤੁਹਾਡੇ ਕੋਲ ਕੋਈ ਪੈਸਾ ਨਹੀਂ ਲਿਆ ਜਾਏਗਾ, ਤੁਹਾਨੂੰ ਸੈਲਰੀ 80,000 ਰੁਪਏ ਵੀ ਮਿਲੇਗੀ ਤੇ ਅਸੀਂ ਤੁਹਾਡੇ ਕੋਲ ਕੋਈ ਪੈਸਾ ਨਹੀਂ ਲੈਣਾ। ਤੁਸੀਂ ਉਸ ਚਾਂਸੇ 'ਚ ਫਸ ਜਾਂਦੇ ਹੋ, ਉਹਨਾਂ ਕੋਲ ਚਲੇ ਜਾਂਦੇ ਹੋ, ਹਾਂਜੀ ਜੀ ਵੀਜ਼ਾ ਅਪਲਾਈ ਕਰ ਦਿਓ, +2 ਬੇਸ ਤੇ ਵੀ ਤੁਹਾਡਾ ਵੀਜ਼ਾ ਲੱਗ ਜਾਏਗਾ ਜੀ, ਕੋਈ ਆਇਲਸ ਰਿਕੁਆਇਰਡ ਨਹੀਂ, ਬੜਾ ਕੁਛ ਇੱਦਾਂ ਕਹਿ ਦਿੰਦੇ ਨੇ। ਉਹ ਕਰਦੇ ਕੀ ਨੇ, ਉਹ ਤੁਹਾਡੇ ਕੋਲੋਂ ਨਾ ਤੁਹਾਨੂੰ ਕਹਿ ਦੇਣਗੇ ਆਪਣਾ ਮੈਡੀਕਲ ਕਰਾ ਲਓ ਜੀ ਚੰਡੀਗੜ੍ਹ ਜਾ ਕੇ ਜਾਂ ਲੁਧਿਆਣਾ ਜਾ ਕੇ 3500 ਜਾਂ 5000 ਦੇ ਵਿੱਚ ਜੀ। ਉਹਨਾਂ ਨੇ ਮੈਡੀਕਲ ਲੈਬਸ ਵਾਲਿਆਂ ਨਾਲ ਆਪਣੀ ਸੈਟਿੰਗ ਕੀਤੀ ਹੋਈ ਹੈ। ਉਹ ਉੱਥੇ ਜਾ ਕੇ ਉਹਨਾਂ ਦਾ ਐਕਸ-ਰੇ ਕਰਦੇ ਆ, ਬਲੱਡ ਗਰੁੱਪ ਲੈਂਦੇ ਆ, ਦੇਖਦੇ ਆ ਕੀ ਆ, ਉਹਦੀ ਰਿਪੋਰਟ ਬਣਾ ਕੇ ਉਹਨਾਂ ਨੂੰ ਸੀਲ ਕਰਕੇ ਦੇ ਦਿੰਦੇ ਆ। ਉਹ ਵਾਪਸ ਏਜੰਟ ਕੋਲ ਲੈ ਆਉਂਦੇ ਆ। ਲੈਬ ਵਾਲੇ ਜਿੰਨੀ ਵੀ ਪੇਮੈਂਟ ਆ ਉਹ 50-50 ਕਰ ਲੈਂਦੇ ਆ। ਇੱਦਾਂ ਹੀ ਤੁਹਾਡੇ ਕੋਲ ਰੋਜ਼ ਦਾ 10 ਕਲਾਇੰਟ ਆਇਆ, ਤੁਸੀਂ 10-20 ਹਜ਼ਾਰ ਰੁਪਏ ਛਾਪ ਕੇ ਆਪਣਾ ਚਲੇ ਗਏ, ਛੋਟਾ ਜਿਹਾ ਆਫਿਸ ਖੋਲ੍ਹਿਆ ਆ। ਉਸ ਤੋਂ ਬਾਅਦ ਕੁਝ ਵੀ ਨਹੀਂ ਕਰਨਾ, ਨਾ ਵੀਜ਼ਾ ਅਪਲਾਈ ਕਰਨਾ, ਨਾ ਕੁਝ ਕਰਨਾ, ਉਹਨਾਂ ਨੂੰ ਬਸ ਲਟਕਾਈ ਜਾਣਾ। ਬਿਲਕੁਲ ਫਰਾਡ ਕੰਮ ਹੈ। ਬਿਲਕੁਲ ਫਰਾਡ ਕੰਮ ਹੈ ਜੀ। ਅਗਰ ਕੋਈ ਕਹੇਗਾ ਕਿ ਮੈਂ ਤੁਹਾਡੇ ਕੋਲ ਜੀ 80,000 ਰੁਪਏ ਮਹੀਨੇ ਸੈਲਰੀ ਲਵਾ ਦੇਣੀ, 20,000 ਰੁਪਏ ਅਸੀਂ ਸੈਲਰੀ 'ਚੋਂ ਕੱਟ ਲਿਆ ਕਰਨਾ ਹੈ, ਉਹ ਸਾਨੂੰ ਮਿਲ ਜਾਏਗਾ, ਤੁਸੀਂ ਪਹਿਲਾਂ ਕੋਈ ਪੇਮੈਂਟ ਦੇਣੀ, ਇਸ ਤਰ੍ਹਾਂ ਦਾ ਕੋਈ ਪ੍ਰੋਸੀਜਰ ਨਹੀਂ ਹੈ। ਔਰ ਬਹੁਤ ਸਾਰੇ ਸਾਡੇ ਨਾ ਪੰਜਾਬੀ ਜੋ ਬਹੁਤ ਭੋਲੇ ਹੁੰਦੇ ਨੇ, ਔਰ ਖਾਸ ਕਰਕੇ ਜੇ ਆਪਾਂ ਕਿਸਾਨਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਉਹਨਾਂ ਨੂੰ ਫਸਾ ਵੀ ਲੈਂਦੇ ਨੇ। ਪਿੱਛੇ ਜੇ ਇਹ ਵੀ ਗੱਲ ਚੱਲੀ ਸੀ ਬੜੀ ਕਿ ਐਗਰੀਕਲਚਰ ਵੀਜ਼ੇ ਤੇ ਲੋਕਾਂ ਨੂੰ ਕੈਨੇਡਾ ਬੁਲਾਇਆ ਜਾ ਰਿਹਾ ਹੈ, ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਦੇਖੋ, ਇਹ ਇੱਕ ਕਹਿ ਲਓ ਕਿ ਫੈਚਿੰਗ ਦਾ ਤਰੀਕਾ ਹੈ ਲੋਕਾਂ ਨੂੰ ਖਿੱਚਣ ਦਾ, ਜਿਨ੍ਹਾਂ ਨੂੰ ਆਪਣੇ ਆਫਿਸ ਬੁਲਾਇਆ ਜਾਵੇ। ਲਾਸਟ ਈਅਰ ਮੈਂ ਇੱਕ ਆਰਟੀਕਲ ਪੜ੍ਹਿਆ ਸੀ ਕੈਨੇਡੀਅਨ ਗਵਰਨਮੈਂਟ ਦਾ, ਉਹਨਾਂ ਨੇ ਨਿਊਜ਼ ਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਇੱਕ ਬੰਦੇ ਨੇ ਬਹੁਤ ਸਾਰੇ ਇੱਦਾਂ ਹੀ ਕਿਸਾਨ ਉੱਥੋਂ ਇੱਥੇ ਬੁਲਾ ਲਏ, ਉਹਨਾਂ ਦੇ ਕੋਲੋਂ ਹਰੇਕ ਕੋਲੋਂ 25-25 ਲੱਖ ਰੁਪਏ ਲੈ ਕੇ। ਤੁਸੀਂ 10 ਬੰਦੇ ਕੋਲੋਂ ਵੀ ਦੇਖੋ 25-25 ਲੱਖ ਰੁਪਏ ਲੈਂਦੇ ਹੋ ਤਾਂ ਤੁਹਾਡੇ ਕੋਲ ਵੈਲਿਊ ਕਿੰਨੀ ਪਹੁੰਚ ਜਾਂਦੀ ਮਨੀ ਜਿਹੜੀ ਉੱਥੇ। ਉੱਥੇ ਜਾ ਕੇ ਉਹਨਾਂ ਨੂੰ ਕੋਈ ਜੌਬ ਨਹੀਂ ਮਿਲੀ, ਉਹਨਾਂ ਨੂੰ ਕੋਈ ਕੰਮ ਨਹੀਂ ਦਿੱਤਾ। ਗਵਰਨਮੈਂਟ ਨੇ ਆ ਕੇ ਚੈੱਕ ਕਰ ਲਿਆ ਕਿ ਇੰਨੇ ਬੰਦੇ ਬੁਲਾਏ ਆ ਖੇਤੀਬਾੜੀ ਤੇ, ਉਹ ਕਿੱਥੇ ਨੇ? ਜਦੋਂ ਉੱਥੇ ਜਾ ਕੇ ਦੇਖਿਆ ਤਾਂ ਘਾਹ ਉੱਗਿਆ ਹੋਇਆ ਸੀ ਖੇਤਾਂ ਦੇ ਵਿੱਚ, ਕੋਈ ਕੰਮ ਨਹੀਂ ਕੀਤਾ ਹੋਇਆ ਸੀਗਾ।
ਉਹਨਾਂ ਨੇ ਉਹਨਾਂ ਸਾਰਿਆਂ ਦੇ ਵੀਜ਼ਾਸ ਕੈਂਸਲ ਕੀਤੇ, ਜਿਹੜਾ ਬੰਦਾ ਉੱਥੇ ਦਾ ਪਰਮਾਨੈਂਟ ਸੀਗਾ ਉਹਦਾ ਵੀ ਲਾਇਸੈਂਸ ਕੈਂਸਲ ਕੀਤਾ ਤੇ ਉਹਨਾਂ ਸਾਰੇ ਲੋਕਾਂ ਨੂੰ ਡਿਪੋਰਟ ਕੀਤਾ। ਸੋ ਅਗਰ ਆਪਾਂ ਇਹ ਸੋਚ ਕੇ ਚੱਲ ਜਾਂਦੇ ਅਸੀਂ ਕਿਸਾਨ ਆ, ਉੱਥੇ ਐਗਰੀਕਲਚਰ ਦਾ ਕੰਮ ਆ, ਖੇਤੀਬਾੜੀ ਦਾ ਕੰਮ ਆ, ਅਸੀਂ ਉੱਥੇ ਪਹੁੰਚ ਜਾਾਂਗੇ ਤੇ ਸਾਨੂੰ ਬਾਅਦ ਚੋਂ PR ਵੀ ਮਿਲ ਜਾਏਗੀ, ਇਸ ਭੁਲੇਖੇ ਨੂੰ ਕੱਢ ਦਿਓ। PR ਲੈਣ ਦੇ ਲਈ ਤੁਹਾਨੂੰ IELTS ਵੀ ਦੇਣੀ ਪਏਗੀ, ਠੀਕ ਹੈ। ਔਰ ਜਿਹੜਾ ਕਿਸਾਨ ਬੰਦਾ ਹੈ ਉਹਨੂੰ ਕੁਝ ਪਤਾ ਹੀ ਨਹੀਂ, ਉਹ ਇੱਥੇ ਖੇਤੀ ਕਰਦਾ, ਉਹ IELTS ਕਿੱਥੋਂ ਕਰ ਲਏਗਾ। ਬਿਲਕੁਲ। ਤੇ ਸਰ ਆਪਾਂ ਇੱਕ ਇੱਥੇ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਤੋਂ ਹਾਜ਼ਰ ਹੋਵਾਂਗੇ ਨਵੇਂ ਸਵਾਲਾਂ ਦੇ ਨਾਲ, ਤੇ ਆਪਾਂ ਮਿਲਦੇ ਹਾਂ ਹੁਣ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਤੇ ਸਰ ਆਪਾਂ ਸ਼ੁਰੂਆਤ ਕਰਦੇ ਹਾਂ ਇੱਕ ਨਵੇਂ ਕੁਐਸਚਨ ਦੇ ਨਾਲ। ਮੇਰੇ ਮਨ ਦੇ ਵਿੱਚ ਇੱਕ ਸਵਾਲ ਆ ਰਿਹਾ ਕਿ ਜੇ ਆਪਾਂ ਸਿਰਫ ਕੈਨੇਡਾ ਦੇ ਵਿੱਚ ਜਾਣਾ ਹੋਵੇ ਵਰਕ ਪਰਮਿਟ ਦੇ ਲਈ ਤਾਂ ਉੱਥੇ ਕੀ ਪ੍ਰੋਸੀਜਰ ਹੈ, ਕੀ ਡਾਕੂਮੈਂਟਸ ਉਸਦੇ ਲੱਗਦੇ ਨੇ? ਦੇਖੋ, ਕੈਨੇਡਾ ਦਾ ਵਰਕ ਪਰਮਿਟ ਦੇ ਲਈ ਸਭ ਤੋਂ ਪਹਿਲਾਂ ਤਾਂ ਜਿਹੜੀ ਤੁਹਾਡੀ ਜੌਬ ਹੈ ਉਹ ਉੱਥੇ ਦੀ ਲੇਬਰ ਮਾਰਕੀਟ ਤੋਂ ਅਪਰੂਵ ਹੋਣੀ ਚਾਹੀਦੀ ਹੈ ਜੀ। ਜਿਹੜਾ EMPLOYER ਆ ਉਹਨੂੰ ਇਹ ਸਾਬਿਤ ਕਰਨਾ ਪਏਗਾ ਕਿ ਮੈਂ ਇੱਥੇ ਪੂਰਾ ਜ਼ੋਰ ਲਗਾ ਲਿਆ, ਮੈਨੂੰ ਇੱਥੋਂ ਕੋਈ ਵੀ EMPLOYE ਜਿਹੜਾ ਉਹ ਨਹੀਂ ਮਿਲਿਆ। ਜ਼ੋਰ ਲਗਾ ਲਿਆ ਦਾ ਮਤਲਬ ਹੈ ਕਿ ਮੈਂ ਉੱਥੇ ਦੇ ਨਿਊਜ਼ਪੇਪਰ ਦੇ ਵਿੱਚ ਵੀ ਕਢਾਤਾ ਹੈ, ਮੈਂ ਉਹਨਾਂ ਦੀ ਗਵਰਨਮੈਂਟ ਦੀ EMPLOYMENT ਦੇ ਲਈ ਵੈਬਸਾਈਟ ਆ ਉੱਥੇ ਵੀ ਅਪਲੋਡ ਕੀਤਾ ਸੀ, ਮੈਂ ਪੈਂਫਲੇਟਸ ਵਗੈਰਾ ਵੀ ਦਿੱਤੇ ਸੀ ਤੇ ਮੇਰੇ ਕੋਲ ਕੁਝ ਕੈਂਡੀਡੇਟ ਆਏ, ਉਹਨਾਂ ਦਾ ਮੈਂ ਇੰਟਰਵਿਊ ਲਿਆ, ਬਟ ਮੈਨੂੰ ਉਹ ਨਹੀਂ ਲੱਗਾ ਕਿ ਉਹ ਮੇਰਾ ਇਹ ਕੰਮ ਕਰ ਲੈਣਗੇ, ਸੋ ਮੈਂ ਉਹਨਾਂ ਨੂੰ ਰਿਜੈਕਟ ਕਰਤਾ। ਬਟ ਮੇਰੇ ਕੋਲ ਓਵਰਸੀਜ਼ ਕਿਸੇ ਹੋਰ ਕੰਟਰੀ ਦੇ ਵਿੱਚ ਕੋਈ ਹੈਗੇ ਆ EMPLOYEES ਜਿਹੜੇ ਕਿ ਮੇਰੇ ਕੰਮ ਆ ਸਕਦੇ, ਮੈਂ ਉਹਨਾਂ ਦੀ ਟੈਲੀਫੋਨਿਕ ਇੰਟਰਵਿਊ ਲਈ ਆ ਜਾਂ ਵੀਡੀਓ ਕਾਲ ਤੇ ਇੰਟਰਵਿਊ ਲਈ ਆ ਤੇ ਮੈਂ ਸੈਟੀਸਫਾਈ ਹਾਂ, ਮੈਂ ਉਹਨਾਂ ਨੂੰ ਬੁਲਾਊਂਗਾ। ਅਗਰ ਇਹ ਡਾਕੂਮੈਂਟ ਤੁਹਾਡੇ ਕੋਲ ਹੈ ਅਰੇਂਜ ਹੋ ਜਾਂਦੇ ਆ ਉਹਨਾਂ ਵੱਲੋਂ, ਪਲੱਸ ਤੁਹਾਡੇ ਵੱਲੋਂ ਤੁਹਾਡੇ ਕੋਲ ਇੱਦਾਂ ਦਾ ਕੀ ਸਕਿੱਲ ਹੈ ਕਿ ਉੱਥੇ ਨਹੀਂ ਮਿਲ ਰਿਹਾ। ਫੋਰ ਐਗਜ਼ਾਮਪਲ ਤੁਸੀਂ ਕਹਿ ਦੋਗੇ ਕਿ ਮੈਂ ਕਲਰਕ ਹਾਂ, ਮੈਨੂੰ ਕੰਪਿਊਟਰ ਦਾ ਕੰਮ ਆ, ਤਾਂ ਕਲਰਕ ਦੇ ਬੇਸ ਦੇ ਉੱਤੇ ਤੁਸੀਂ ਕਹੋ ਕਿ ਉੱਥੇ ਉਹਨਾਂ ਨੂੰ ਕੋਈ ਕੈਂਡੀਡੇਟ ਨਾ ਮਿਲੇ, ਇਹ ਵਰਕ ਪਰਮਿਟ ਰਿਜੈਕਟ ਵੀ ਹੋ ਸਕਦਾ। ਇਹ ਨਹੀਂ ਕਿ ਜ਼ਰੂਰੀ ਤੁਹਾਡੀ ਉੱਥੋਂ LMIA ਅਪਰੂਵ ਹੋ ਗਈ ਹੈ, EMPLOYER ਤੁਹਾਡੇ ਹੱਥ ਵਿੱਚ ਆ, ਉਹਨੇ ਤੁਹਾਨੂੰ ਇੱਥੇ ਪੇਪਰ ਭੇਜ ਦਿੱਤੇ, ਤੁਹਾਨੂੰ ਵੀਜ਼ਾ ਵੀ ਮਿਲੇਗਾ, ਇਸ ਚੀਜ਼ ਦੀ ਸ਼ਿਓਰਟੀ ਨਹੀਂ ਹੈ। ਸ਼ਿਓਰਟੀ ਉਹਨਾਂ ਚੀਜ਼ਾਂ ਦੇ ਵਿੱਚ ਆ, ਸ਼ਿਓਰਟੀ ਤਾਂ ਮੈਂ ਨਹੀਂ ਕਹਾਂਗਾ, ਚਾਂਸਸ ਜ਼ਿਆਦਾ ਕਹਾਂਗਾ ਜਿਨ੍ਹਾਂ ਦੇ ਵਿੱਚ ਕੁੱਕ, ਜਿੱਦਾਂ ਤੰਦੂਰ ਦਾ ਕੁੱਕ ਆ ਜਿਹੜਾ, ਉਹ ਉੱਥੇ ਨਹੀਂ ਮਿਲ ਰਿਹਾ, ਇੱਥੋਂ ਮਿਲ ਜਾਂਦਾ ਹੈ। ਇੰਡੀਅਨ ਕਰੀਜ਼ ਬਣਾਉਣ ਦਾ ਜਿਹੜਾ ਤਰੀਕਾ ਹੈ ਉਹ ਇੰਡੀਆ 'ਚ ਵੀ ਮੈਨੂੰ ਕੁੱਕ ਮਿਲੇਗਾ, ਮੈਨੂੰ ਉੱਥੋਂ ਨਹੀਂ ਮਿਲ ਰਿਹਾ। ਸੋ ਇੱਦਾਂ ਦੇ ਜਿਹੜੇ ਸਪੈਸ਼ਲ ਕੇਸਿਸ ਨੇ, ਜਿੱਦਾਂ ਮੈਨੇਜੀਰੀਅਲ ਲੈਵਲ ਹੋ ਗਏ, ਆਹ ਮੈਨੇਜਰ ਬਹੁਤ ਵਧੀਆ ਉੱਥੇ, ਇਹ ਆਲਰੇਡੀ ਇਹਦਾ ਐਕਸਪੀਰੀਅੰਸ ਜ਼ਿਆਦਾ ਹੈ, ਮੈਨੂੰ ਇੱਥੇ ਇੱਦਾਂ ਦਾ ਕੋਈ ਨਹੀਂ ਮਿਲ ਰਿਹਾ, ਉਹ ਮੈਨੂੰ ਚਾਹੀਦਾ ਹੈ। ਇੱਦਾਂ ਦੇ ਜਿਹੜੇ ਸਪੈਸ਼ਲ ਕੇਸਿਸ ਨੇ ਉਹਨਾਂ ਲਈ ਤਾਂ ਠੀਕ ਆ, ਕਾਰਪੈਂਟਰ ਹੋ ਗਏ ਜਿਹੜੇ, ਠੀਕ ਹੈ, ਜੇ ਅਸੀਂ ਲੋ ਲੈਵਲ ਦੀ ਗੱਲ ਕਰੀਏ, ਮੇਸਨ ਹੋ ਗਏ, ਟਾਈਲਿੰਗ ਦਾ ਕੰਮ ਕਰਨ ਵਾਲੇ ਹੋ ਗਏ, ਪਲੰਬਰ ਹੋ ਗਏ, ਵੀ ਮੈਨੂੰ ਇੱਥੇ ਬਹੁਤ ਮਹਿੰਗਾ ਪੈ ਰਿਹਾ ਬਟ ਮੈਨੂੰ ਇੰਡੀਆ ਤੋਂ ਸਸਤਾ ਪੈ ਰਿਹਾ, ਇਸ ਲਈ ਮੈਂ ਉਹਨਾਂ ਦੀ ਟੈਕਨੀਕਸ ਜ਼ਿਆਦਾ ਬੈਟਰ, ਉਹਨਾਂ ਨੇ ਡਿਪਲੋਮਾ ਵੀ ਕੀਤਾ ਹੋਇਆ ਪਲੰਬਰਿੰਗ ਦਾ, ਸੋ ਮੈਨੂੰ ਇਹ ਬੰਦਾ ਚਾਹੀਦਾ। ਸੋ ਇਦਾਂ ਦੇ ਸਪੈਸ਼ਲ ਕੇਸਿਸ ਵਿੱਚ ਜਿਹੜਾ ਅਪਰੂਵ ਜਲਦੀ ਹੋ ਜਾਂਦਾ। ਇੱਕ ਹੋਰ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਬਹੁਤ ਸਾਰੇ ਲੋਕ ਇਹ ਵੀ ਸੋਚਦੇ ਨੇ ਕਿ ਇੱਥੋਂ ਤਾਂ ਆਪਾਂ ਟੂਰਿਸਟ ਬੇਸ ਤੇ ਚਲੇ ਜਾਵਾਂਗੇ, ਉੱਧਰ ਜਾ ਕੇ ਆਪਾਂ ਵਰਕ ਪਰਮਿਟ ਲੈ ਲਵਾਂਗੇ, ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਦੇਖੋ, ਇਹ ਜ਼ਿਆਦਾ ਵਧੀਆ ਤਰੀਕਾ ਹੈ ਬੇਸਿਕਲੀ। ਇੱਥੇ ਸ਼ਾਇਦ ਤੁਹਾਡਾ ਵਰਕ ਪਰਮਿਟ ਰਿਫਿਊਜ਼ ਹੋ ਜਾਏ ਜੀ, ਡਾਇਰੈਕਟ ਤੁਸੀਂ ਜਦੋਂ ਇੱਥੋਂ ਅਪਲਾਈ ਕਰਦੇ ਹੋ। ਇੱਥੇ ਜਿਹੜੇ ਵਰਕ ਪਰਮਿਟ ਅਪਲਾਈ ਕਰਨ ਵਾਲੇ ਲੋਕ ਹੋ ਨਾ, ਮੈਂ ਤੁਹਾਨੂੰ ਕੈਟੇਗਰੀ ਦੱਸ ਦਿੰਦਾ, ਉਹ ਲੋਕ ਉਹ ਨੇ ਜਿਹੜੇ +2 ਪਾਸ ਨੇ, ਇੱਥੇ ਉਹਨਾਂ ਕੋਲ ਕੋਈ ਕੰਮ ਨਹੀਂ ਹੈਗਾ, ਉਹ ਕਈ ਵਾਰ ਤਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਸ਼ੈਫ ਹੈ ਜਾਂ ਤੰਦੂਰ ਦਾ ਕੋਈ ਕੁੱਕ ਹੈ, ਉਹਨਾਂ ਲਈ ਤਾਂ ਬੈਟਰ ਹੈ, ਬਟ ਉਹਨਾਂ ਦੇ ਕੋਲ ਕੁੱਕ ਦਾ ਐਕਸਪੀਰੀਅੰਸ ਨਹੀਂ ਹੁੰਦਾ ਕਿਉਂਕਿ ਉਹਨਾਂ ਕੋਈ ਹੋਟਲ 'ਚ ਕੰਮ ਨਹੀਂ ਕਰ ਰਹੇ, ਉਹ ਆਪਣਾ ਘਰ 'ਚ ਹੀ ਕੰਮ ਕਰ ਰਹੇ ਥੋੜ੍ਹਾ ਬਹੁਤ, ਔਰ ਉਹਨਾਂ ਕੋਲ ਉਹਦਾ ਸਟੱਡੀ ਦਾ ਕੋਈ ਸਰਟੀਫਿਕੇਟ ਨਹੀਂ ਹੁੰਦਾ ਕਿ ਉਹਨਾਂ ਨੇ ਕੁਕਿੰਗ ਦਾ ਕੋਰਸ ਕੀਤਾ ਹੋਇਆ। ਲੇਕਿਨ ਅਗਰ ਸ਼ੈਫ ਹੋਏਗਾ ਉਹਦੇ ਕੋਲ ਹੋਏਗਾ। ਸੋ ਇੱਦਾਂ ਦੇ ਲੋਕ ਜਦੋਂ ਇੱਥੋਂ ਅਪਲਾਈ ਕਰਦੇ ਆ ਤਾਂ ਜ਼ਰੂਰੀ ਨਹੀਂ ਹੈ ਕਿ ਵੀਜ਼ਾ ਲੱਗੇਗਾ ਹੀ ਲੱਗੇਗਾ, ਪਹਿਲਾਂ ਤਾਂ ਚਾਂਸਸ ਘੱਟ ਗਏ ਇੱਥੇ। ਬਟ ਅਗਰ ਤੁਹਾਡੇ ਕੋਲ ਟੂਰਿਸਟ ਵੀਜ਼ਾ ਹੈ, ਤੁਸੀਂ ਦੱਸਿਆ ਹੋਇਆ ਵੀ ਮੈਂ ਤੰਦੂਰ ਦਾ ਕੁੱਕ ਹਾਂ, ਠੀਕ ਹੈ, ਜੇ ਕੈਟੇਗਰੀ ਆਪਾਂ ਲੈ ਲੈਂਦੇ ਹਾਂ, ਜਾਂ ਮੈਂ ਇੱਥੇ ਕੋਈ ਮੈਨੇਜਰ ਹਾਂ ਜਾਂ ਮੈਂ ਕਾਰਪੈਂਟਰ ਹਾਂ, ਜਿਹਦੀ ਜਦੋਂ ਮੈਂ ਉੱਥੇ ਕੈਨੇਡਾ ਗਿਆ ਅਤੇ ਮੈਂ ਇੱਕ ਰੈਸਟੋਰੈਂਟ ਦੇ ਵਿੱਚ ਮਿਲਿਆ ਮਾਲਕ ਨੂੰ, ਉਹਨੂੰ ਮੇਰਾ ਕੰਮ ਪਸੰਦ ਆ ਗਿਆ। ਮੈਂ ਉਹਨੂੰ ਕਿਹਾ ਮੈਂ ਖਾਣਾ ਖਾਧਾ ਹੈ ਬਟ ਇਹਦੇ 'ਚ ਕਮੀ ਸੀ। ਉਹਨੇ ਕਿਹਾ ਤੁਹਾਨੂੰ ਕਿੱਦਾਂ ਪਤਾ? ਸਾਡੀ ਕਨਵਰਸੇਸ਼ਨ ਹੋਈ, ਮੈਂ ਉਹਨੂੰ ਐਕਸਪਲੇਨ ਕੀਤਾ ਵੀ ਮੈਂ ਵੀ ਤੰਦੂਰ ਦਾ ਕੰਮ ਕਰਦਾ, ਉਹਨੂੰ ਮੈंने ਕੰਮ ਕਰਾ ਕੇ ਦੇਖਿਆ, ਮੈਨੂੰ ਪਸੰਦ ਆ ਗਿਆ। ਉਹ ਮੈਂ ਕਹੂੰਗਾ 99% ਸ਼ੋਰ ਆ ਕਿ ਤੁਹਾਡਾ ਵੀਜ਼ਾ ਕਨਵਰਟ ਹੋ ਜਾਏਗਾ ਜੀ, ਠੀਕ ਹੈ। ਉਹ ਬੈਟਰ ਚਾਂਸਸ ਹੈ ਐਜ਼ ਕੰਪੇਅਰ ਟੂ ਤੁਸੀਂ ਅਗਰ ਇੰਡੀਆ ਤੋਂ ਅਪਲਾਈ ਕਰਦੇ। ਬਿਲਕੁਲ ਜੀ। ਤਾਂ ਇਹ ਤਾਂ ਸੀ ਜੇ ਕੈਨੇਡਾ ਤੇ ਆਪਾਂ ਵਰਕ ਪਰਮਿਟ ਤੇ ਜਾਣਾ ਹੋਵੇ, ਪਰ ਇਸ ਤੋਂ ਇਲਾਵਾ ਕਈ ਲੋਕਾਂ ਦਾ ਜੋ ਬਜਟ ਹੈ ਉਹ ਕਾਫੀ ਲੋ ਹੁੰਦਾ ਹੈ, ਤਾਂ ਸੋਚਦੇ ਨੇ ਕਿ ਅਸੀਂ ਕਿਸੇ ਸਮਾਲ ਕੰਟਰੀਜ਼ ਦੇ ਵਿੱਚ ਐਜ਼ ਅ ਵਰਕ ਪਰਮਿਟ ਚਲੇ ਜਾਈਏ, ਸੋ ਉਸ ਦਾ ਕੀ ਪ੍ਰੋਸੀਜਰ ਰਹਿੰਦਾ? ਦੇਖੋ, ਸਮਾਲ ਕੰਟਰੀ ਅਗਰ ਆਪਾਂ ਗੱਲ ਕਰੀਏ ਤਾਂ ਚਲੋ ਕੰਟਰੀ ਸਮਾਲ ਤਾਂ ਨਹੀਂ ਹੋਏਗੀ, ਬਟ ਉੱਥੇ ਪੈਕੇਜਸ ਜਾਂ ਸਾਡੇ ਨੀਅਰ ਬਾਈ ਕੰਟਰੀ ਜਿੱਦਾਂ ਏਸ਼ੀਅਨ ਕੰਟਰੀਜ਼ ਹੋ ਗਈਆਂ, ਥਾਈਲੈਂਡ ਹੋ ਗਿਆ, ਸਿੰਗਾਪੁਰ ਹੋ ਗਿਆ, ਮਲੇਸ਼ੀਆ ਹੋ ਗਿਆ, ਦੁਬਈ ਹੋ ਗਿਆ, ਇੱਥੇ ਵੀ ਲੋਕ ਕੰਮ ਕਰਨ ਲਈ ਜਾਂਦੇ ਆ।
ਸਿੰਗਾਪੁਰ, ਮਲੇਸ਼ੀਆ ਜਾਂ ਥਾਈਲੈਂਡ ਇਹ ਉਹ ਕੰਟਰੀਆਂ ਨੇ ਜਿਹੜੀਆਂ ਟੂਰਿਜ਼ਮ ਕੰਟਰੀਆਂ ਨੇ, ਇੱਥੇ ਟੂਰਿਸਟ ਬਹੁਤ ਜ਼ਿਆਦਾ ਆਉਂਦਾ। ਸੋ ਇੱਥੇ ਜਿਹੜੀਆਂ ਜੌਬਸ ਨੇ ਉਹ ਹੋ ਗਈਆਂ ਹੋਟਲਸ ਦੀਆਂ, ਰੈਸਟੋਰੈਂਟਸ ਦੀਆਂ ਜੌਬਸ ਹੋ ਗਈਆਂ ਜਾਂ ਕੰਸਟਰਕਸ਼ਨ ਦੀਆਂ। ਅਗਰ ਅਸੀਂ ਦੁਬਈ ਦੀ ਗੱਲ ਕਰੀਏ ਤਾਂ ਕੰਸਟਰਕਸ਼ਨ ਦਾ ਜਿਹੜਾ ਕੰਮ ਹੈ ਉਹ ਉੱਥੇ ਕਾਫੀ ਜ਼ਿਆਦਾ ਅਵੇਲੇਬਲ ਹੈ। ਹੁਣ ਵੀ ਮੇਸਨ ਜਿਹੜੇ ਹੋ ਗਏ, ਮਿਸਤਰੀ ਜਿਹੜੇ ਹੋ ਗਏ, ਉਹ ਜਾਂਦੇ ਆ, ਕਾਰਪੈਂਟਰ, ਪਲੰਬਿੰਗ ਵਾਲੇ, ਵੈਲਡਿੰਗ ਵਾਲੇ, ਉਹ ਸਾਰੇ ਇਹਨਾਂ ਕੰਟਰੀਆਂ 'ਚ ਜਾਂਦੇ ਆ। ਇੱਥੇ ਕੁਝ ਜ਼ਿਆਦਾ ਖਰਚਾ ਨਹੀਂ ਆਉਂਦਾ, ਲੱਖ ਕੁ ਰੁਪਇਆ ਲੱਗਦਾ ਹੈ, ਬਟ ਇੱਥੇ ਸਿਰਫ ਬੈਨੀਫਿਟ ਇਹ ਹੁੰਦਾ ਹੈ ਕਿ ਇੱਕ ਤਾਂ ਨੀਅਰ ਬਾਏ ਕੰਟਰੀਜ਼ ਆ ਇਹ, ਅਤੇ ਇੱਥੇ ਜਦੋਂ ਤੁਸੀਂ ਅਪਲਾਈ ਕਰਨਾ ਹੈ ਇਹ ਦੇਖਣਾ ਹੈ ਕਿ ਜਿਹੜੀ ਕੰਪਨੀ ਥਰੂ ਤੁਸੀਂ ਅਪਲਾਈ ਕਰ ਰਹੇ ਹੋ ਉਹਦੇ ਕੋਲ ਇਹ ਵਾਲਾ ਵੀਜ਼ਾ, ਵਰਕ ਵੀਜ਼ਾ ਲਗਾਉਣ ਦਾ ਲਾਇਸੈਂਸ ਹੈ ਕਿ ਨਹੀਂ ਹੈ। ਜੀ। ਸੈਕਿੰਡ, ਉਹਨਾਂ ਦਾ ਕੰਟਰੈਕਟ ਹੈਗਾ ਉੱਥੇ ਕਿਸੇ ਕੰਪਨੀ ਦੇ ਨਾਲ, ਇੱਦਾਂ ਤਾਂ ਨਹੀਂ ਉਹ ਵੈਸੇ ਹੀ ਭੇਜੀ ਜਾ ਰਹੇ, ਆ ਲਓ ਜੀ ਤੁਹਾਡਾ ਵੀਜ਼ਾ ਲਗਵਾਤਾ ਅਤੇ ਉੱਥੇ ਜਾ ਕੇ ਤੁਸੀਂ ਪਹਿਲਾਂ ਟੂਰਿਸਟ ਲਵਾ ਦਿੰਦੇ ਆ ਅਤੇ ਉੱਥੇ ਜਾ ਕੇ ਤੁਸੀਂ ਚੈੱਕ ਕਰ ਲਓ ਕਿ ਤੁਹਾਨੂੰ ਜੋਬ ਮਿਲਦੀ ਕਿ ਨਹੀਂ। ਡਾਇਰੈਕਟ ਵਰਕ ਪਰਮਿਟ ਇੱਥੋਂ ਹੀ ਮਿਲਦਾ ਹੈ, ਕੰਪਨੀ ਦੇ ਨਾਲ ਕੰਟਰੈਕਟ ਹੁੰਦਾ ਹੈ, ਉਹ ਕੰਪਨੀ ਦੇ ਵਿੱਚ ਤੁਹਾਡਾ ਐਗਰੀਮੈਂਟ ਸਾਈਨ ਹੁੰਦਾ, 2 ਸਾਲ ਲਈ ਤੁਹਾਨੂੰ ਹਾਇਰ ਕਰਦੇ ਆ ਅਤੇ ਤੁਸੀਂ ਉੱਥੇ ਜਾ ਕੇ ਕੰਮ ਕਰਨਾ ਸਟਾਰਟ ਕਰ ਦਿੰਦੇ ਹੋ। ਇਹਨਾਂ ਕੰਟਰੀਜ਼ ਦੇ ਵਿੱਚ ਜਿਹੜੇ ਆ ਉਹ ਪੇਮੈਂਟ ਜਿਹੜੀ ਆ ਉਹ ਘੱਟ ਲੱਗਦੀ ਹੈ, ਬਟ ਜਿੱਦਾਂ ਸਿੰਗਾਪੁਰ ਦਾ ਡਾਲਰ ਕਾਫੀ ਸਟਰੋਂਗ ਆ, 50 to 54 ਰੁਪੀਜ਼ ਦੇ ਕਰੀਬ ਆ ਉੱਥੇ ਸਿੰਗਾਪੁਰ ਦਾ ਡਾਲਰ। ਤਾਂ ਉੱਥੇ ਸਭ ਤੋਂ ਈਜ਼ੀ ਵੇ ਕੀ ਹੈ ਕਿ ਤੁਸੀਂ ਸਟੱਡੀ ਵੀਜ਼ਾ, ਅਗਰ ਬੱਚਾ ਹੈ, ਅਗਰ ਉਹ ਏਜ ਘੱਟ ਹੈ ਉਹਦੀ, ਉਹ 18, 19, 20 ਸਾਲ ਦਾ, +2 ਕੀਤੀ ਹੋਈ, ਜਾਂ ਗੈਪ ਵੀ ਹੈ 5-10 ਸਾਲ ਦਾ, ਕੋਈ ਆਇਲਸ ਦੀ ਰਿਕੁਆਇਰਮੈਂਟ ਨਹੀਂ ਹੈ ਉੱਥੇ, ਗੈਪ ਵੀ ਐਕਸੈਪਟਡ ਹੈ। ਤੁਸੀਂ ਆਪਣਾ ਹੋਟਲ ਮੈਨੇਜਮੈਂਟ ਦਾ ਇੱਕ ਕੋਰਸ ਅਪਲਾਈ ਕਰੋ, 3-3.5 ਲੱਖ ਰੁਪਏ ਲੱਗਦੇ ਵੱਧ ਤੋਂ ਵੱਧ, ਜਿਹਦੇ 'ਚ ਸਾਲ ਦੀ ਫੀਸ ਵੀ ਹੈ ਤੁਹਾਡੀ। ਤੁਸੀਂ ਵਿੱਚ ਹੀ 6 ਮਹੀਨੇ ਤੁਹਾਨੂੰ ਪੜ੍ਹਾਇਆ ਜਾਂਦਾ ਹੈ ਅਤੇ 6 ਮਹੀਨੇ ਤੁਹਾਡੀ ਹੋਟਲ ਦੇ ਵਿੱਚ ਤੁਹਾਡੀ ਇੰਟਰਨਸ਼ਿਪ ਲੱਗ ਜਾਂਦੀ ਹੈ। ਤੁਸੀਂ ਇੰਟਰਨਸ਼ਿਪ ਲਓ 6 ਮਹੀਨੇ ਉੱਥੇ, ਉਸ ਤੋਂ ਬਾਅਦ ਆਪਣਾ ਜਿਹੜਾ ਵੀਜ਼ਾ ਵਰਕ ਵੀਜ਼ਾ 'ਚ ਕਨਵਰਟ ਕਰਵਾ ਲਓ। ਵਰਕ ਵੀਜ਼ਾ ਦੇ ਵਿੱਚ ਤੁਹਾਨੂੰ ਆਰਾਮ ਨਾਲ $1000 ਜਿਹੜੀ ਸੈਲਰੀ ਆ ਉਹ ਮਿਲ ਜਾਂਦੀ ਹੈ। $1000 ਦਾ ਮਤਲਬ ਆ 50,000 ਰੁਪਇਆ। ਸੋ ਪੜ੍ਹਦੇ ਤੁਸੀਂ 6 ਮਹੀਨੇ ਕੰਮ ਕੀਤਾ, 3 ਲੱਖ ਰੁਪਇਆ ਤੁਸੀਂ ਪਹਿਲਾਂ ਸਪੈਂਡ ਕੀਤਾ ਸੀ, ਆਪਣੀ ਫੀਸ ਤਾਂ ਤੁਸੀਂ ਉੱਥੇ ਹੀ ਕੱਢ ਲਈ। ਸੋ ਇੱਦਾਂ ਛੋਟੀਆਂ ਕੰਟਰੀਜ਼ ਦੇ ਵਿੱਚ ਵੀ ਸਕੋਪ ਹੈਗਾ ਹੈ, ਬਟ ਲੋਕੀ ਉੱਥੇ ਜਾਣਾ ਪਸੰਦ ਨਹੀਂ ਕਰਦੇ ਜ਼ਿਆਦਾ, ਕਹਿੰਦੇ ਜੀ ਅਸੀਂ ਕੈਨੇਡਾ ਹੀ ਜਾਣਾ ਹੈ, USA ਹੀ ਜਾਣਾ ਹੈ, ਇੱਕ ਮਿਥ ਬਣਿਆ ਹੋਇਆ ਉਹਨੂੰ ਹੀ ਫੋਲੋ ਕਰਦੇ। ਅਤੇ ਜਦੋਂ ਆਪਾਂ ਸਮਾਲ ਕੰਟਰੀਜ਼ ਦੇ ਵਿੱਚ ਜਾਂਦੇ ਹਾਂ ਤੇ ਉੱਥੇ ਜਾ ਕੇ ਕਿੰਨੀਆਂ ਕੁ ਸਾਨੂੰ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ, UK, ਕੈਨੇਡਾ ਜਾਂ ਫਿਰ ਅਮਰੀਕਾ ਦੀ ਬਜਾਏ? ਛੋਟੀ ਕੰਟਰੀਜ਼ ਦੇ ਵਿੱਚ ਤੁਸੀਂ ਕਹਿ ਰਹੇ? ਬਿਲਕੁਲ ਛੋਟੀ ਕੰਟਰੀਜ਼। ਛੋਟੀ ਕੰਟਰੀਜ਼ ਦੇ ਵਿੱਚ ਦੇਖੋ, ਇੱਕ ਤਾਂ ਪੇ ਸਕੇਲ ਜਿਹੜਾ ਉਹ ਘੱਟ ਹੈ ਜੀ, ਕਿਉਂਕਿ ਡਾਲਰ ਦਾ ਕਨਵਰਜਨ ਰੇਟ ਜਿਹੜਾ ਆ ਅਤੇ ਉਹਨਾਂ ਦਾ ਜਿਹੜਾ ਆਰਲੀ ਬੇਸਿਸ ਉਹਨਾਂ ਨੂੰ ਪੇ ਮਿਲਦੀ ਆ ਉਹ ਘੱਟ ਹੈ। ਤੁਸੀਂ ਅਗਰ ਸਿੰਗਾਪੁਰ, ਮਲੇਸ਼ੀਆ ਜਾਂ ਦੁਬਈ ਚਲੇ ਜਾਂਦੇ ਹੋ, ਤੁਸੀਂ ਲੱਖ ਰੁਪਏ ਤੋਂ ਉੱਪਰ ਨਹੀਂ ਕਮਾ ਸਕਦੇ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਓ ਸੈਲਰੀ ਦੇ ਹਿਸਾਬ ਨਾਲ। ਬਟ ਜਦ ਤੁਸੀਂ ਅਗਰ ਕੈਨੇਡਾ ਜਾਂ USA ਜਾਂ UK ਦੀ ਗੱਲ ਕਰਦੇ ਹੋ ਤਾਂ ਉਹ ਮਿਨੀਮਮ ਹੈ, ਲੱਖ ਰੁਪਏ ਤਾਂ ਮਿਲਦਾ ਹੀ ਮਿਲਦਾ ਹੈ ਅਗਰ ਆਪਾਂ ਇੰਡੀਆ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ। ਸੋ ਛੋਟੀ ਕੰਟਰੀਆਂ ਦੇ ਵਿੱਚ ਸਿਰਫ ਇੱਕ ਇਹ ਦਿੱਕਤ ਆਉਂਦੀ ਹੈ, ਬਟ ਉੱਥੇ ਛੋਟੀ ਕੰਟਰੀਆਂ 'ਚ ਬੈਨੀਫਿਟ ਕੀ ਹੋ ਜਾਂਦਾ ਹੈ, ਤੁਹਾਨੂੰ ਸੈਲਰੀ ਜਿੱਥੇ ਤੁਹਾਨੂੰ ਜੋਬ ਮਿਲਦੀ ਹੈ ਉਹ ਤੁਹਾਨੂੰ ਅਕੋਮੋਡੇਸ਼ਨ ਨਾਲ ਦੇ ਦਿੰਦੇ ਆ। ਦੁਬਈ ਦੀ ਗੱਲ ਕਰੀਏ ਤਾਂ ਉੱਥੇ ਤੁਹਾਨੂੰ ਫੂਡ ਵੀ ਨਾਲ ਮਿਲ ਜਾਂਦਾ ਹੈ। ਸੋ ਦੈਟ ਮੀਨਸ ਤੁਹਾਡਾ ਰਹਿਣਾ ਖਾਣਾ ਪੀਣਾ ਫ੍ਰੀ ਹੋ ਗਿਆ। ਤੁਹਾਨੂੰ ਅਗਰ 70-80 ਹਜ਼ਾਰ ਰੁਪਏ ਮਿਲਦਾ ਉਹ ਤੁਹਾਡੀ ਸੇਵਿੰਗ ਹੀ ਹੈ। ਬਿਲਕੁਲ ਜੀ। ਤਾਂ ਛੋਟੀ ਕੰਟਰੀਆਂ ਦੇ ਵਿੱਚ ਇਹ ਫਰਕ ਆ ਜਾਂਦਾ। ਤੇ ਜਿਹੜੀਆਂ ਤੁਸੀਂ ਕੰਟਰੀਜ਼ ਦੱਸੀਆਂ ਕਿ ਜਿਵੇਂ ਦੁਬਈ, ਮਲੇਸ਼ੀਆ, ਇਸ ਤੋਂ ਇਲਾਵਾ ਹੋਰ ਕਿਹੜੀ ਕੰਟਰੀਜ਼ ਨੇ ਜਿੱਥੇ ਆਪਾਂ ਐਜ਼ ਅ ਵਰਕ ਪਰਮਿਟ ਤੇ ਜਾ ਸਕਦੇ? ਦੇਖੋ ਇਹਨਾਂ ਤੋਂ ਫਿਰ ਬੈਟਰ ਕੰਟਰੀਜ਼ ਆ ਜਾਂਦੀਆਂ ਜੀ। ਸ਼ੈਨਗਨ ਕੰਟਰੀ ਆ ਜਾਂਦੀ ਹੈ। ਤੁਸੀਂ ਜਰਮਨੀ ਜਾਣਾ ਹੋਵੇ ਜਾਂ ਤੁਸੀਂ ਜਰਮਨੀ ਦੇ ਵਿੱਚ ਜਾ ਕੇ ਚਾਹੇ ਕੁੱਕ ਜਾਂ ਸ਼ੈਫ ਵਗੈਰਾ ਜਿਹੜਾ ਆ ਇਹਨਾਂ 'ਚ, ਹਾਲੈਂਡ ਆ ਜਾਓ, ਠੀਕ ਹੈ, ਪੋਰਚੁਗਲ 'ਚ ਆ ਜਾਓ, ਇਟਲੀ ਦੇ ਵਿੱਚ ਚਲੇ ਜਾਓ। ਸੋ ਲੋਕੀ ਇਹਨਾਂ ਕੰਟਰੀਜ਼ 'ਚ ਜਾ ਕੇ ਵੀ ਕੰਮ ਕਰਦੇ ਆ, ਇੱਥੇ ਦਾ ਵੀ ਵਰਕ ਪਰਮਿਟ ਮਿਲਦਾ ਹੈ। ਇਟਲੀ ਦੇ ਵਿੱਚ ਖੇਤੀਬਾੜੀ ਦਾ ਕੰਮ ਬਹੁਤ ਜ਼ਿਆਦਾ ਹੈ, ਉੱਥੇ ਤੁਹਾਨੂੰ 80,000 ਤੋਂ ਲੱਖ ਰੁਪਏ ਜਿਹੜਾ ਤੁਸੀਂ ਆਰਾਮ ਨਾਲ ਕਮਾ ਸਕਦੇ ਹੋ ਇਹਨਾਂ ਜਿਹੜੀ ਸ਼ੈਨਗਨ ਕੰਟਰੀਜ਼ ਹੈਗੀਆਂ ਹੈ। ਸੋ ਅਗਰ ਤੁਹਾਡਾ USA ਜਾਂ ਉੱਧਰ ਕੈਨੇਡਾ ਜਾਂ UK ਵੱਲ ਤੁਹਾਡਾ ਕੰਮ ਨਹੀਂ ਬਣ ਰਿਹਾ ਜਾਂ ਤੁਹਾਡੇ ਕੋਲ ਐਲੀਜੀਬਿਲਟੀ ਨਹੀਂ ਬਣ ਰਹੀ, ਸੋ ਤੁਸੀਂ ਇਹਨਾਂ ਕੰਟਰੀਜ਼ ਨੂੰ ਕੰਸੀਡਰ ਕਰ ਸਕਦੇ ਹੋ। ਜੀ। ਤੇ ਇੱਕ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦੀ ਹਾਂ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਜਾਂ ਤਾਂ ਬਹੁਤ ਸਾਰੇ ਇਦਾਂ ਦੇ ਏਜੰਟਸ ਦੇ ਚੱਕਰ ਵਿੱਚ ਫਸ ਜਾਂਦੇ ਨੇ ਜੋ ਕਿ ਫਰਾਡ ਹੁੰਦੇ ਨੇ। ਜੀ ਜੀ ਜੀ। ਤੇ ਉਹ ਡੰਕੀਜ਼ ਦੇ ਰਾਹੀਂ ਜੋ ਨੇ ਉਹ ਜਾਂਦੇ ਨੇ, ਬਾਹਰ ਦਾ ਅਪਲਾਈ ਕਰ ਦਿੰਦੇ ਨੇ ਤੇ ਉਹ ਡੰਕੀਜ਼ ਦੇ ਰਾਹੀਂ ਉੱਥੇ ਭੇਜੇ ਜਾਂਦੇ ਨੇ। ਪਰ ਬਹੁਤ ਸਾਰੇ ਲੋਕ ਜੋ ਰਸਤੇ ਵਿੱਚ ਹੀ ਫਸ ਜਾਂਦੇ ਨੇ, ਬਹੁਤ ਸਾਰੀਆਂ ਜ਼ਿੰਦਗੀਆਂ ਇੱਦਾਂ ਬਰਬਾਦ ਹੋ ਜਾਂਦੀਆਂ ਨੇ। ਉਹਨਾਂ ਨੂੰ ਤੁਸੀਂ ਕੀ ਟਿਪਸ ਦੇਣਾ ਚਾਹੋਗੇ? ਦੇਖੋ ਮੇਰੇ ਖਿਆਲ ਨਾਲ ਤਾਂ ਮੈਂ ਇਸ ਚੀਜ਼ ਦੇ ਬਿਲਕੁਲ ਖਿਲਾਫ ਹਾਂ। ਅਗਰ ਕੋਈ ਵੀ ਕਹਿੰਦਾ ਹੈ ਕਿ ਅੱਜ ਦੇਖੋ ਅੱਜ ਕੱਲ੍ਹ ਤਾਂ ਪੜ੍ਹੇ ਲਿਖੇ ਲੋਕਾਂ ਦਾ ਜ਼ਮਾਨਾ ਹੈ, 21st ਸੈਂਚੁਰੀ ਦੇ ਵਿੱਚ ਅਸੀਂ ਹੈਗੇ ਹਾਂ, ਅਤੇ ਅੱਜ ਵੀ ਅਗਰ ਤੁਸੀਂ ਇੱਦਾਂ ਦੇ ਡੋਂਕੀ ਵਾਲੀ ਆਪਸ਼ਨਸ ਨੂੰ ਚੂਜ਼ ਕਰਦੇ ਹੋ, ਸੋ ਮੇਰੇ ਖਿਆਲ ਨਾਲ ਇੱਦਾਂ ਦੇ ਬੰਦਿਆਂ ਤੋਂ ਵੱਡਾ ਬੇਵਕੂਫ ਕੋਈ ਨਹੀਂ ਹੋ ਸਕੇਗਾ। ਸੌਰੀ ਮੈਂ ਕਹਿ ਰਿਹਾ, ਕਿਉਂਕਿ ਇੱਕ ਤਾਂ ਤੁਸੀਂ ਆਪਣੀ ਜਾਨ ਨੂੰ ਫਸਾਇਆ, ਉਸ ਤੋਂ ਬਾਅਦ ਉਹ ਕਹਿੰਦੇ ਜੀ ਜਿੱਦਾਂ ਹੀ ਬੰਦਾ ਪਹੁੰਚ ਗਿਆ ਪੈਸੇ ਦੇ ਦਿਓ। ਪਹੁੰਚ ਗਿਆ ਤਾਂ ਮਤਲਬ ਮੈਮ ਦੇਖੋ ਤੁਸੀਂ ਮੈਕਸੀਕੋ ਲੈ ਜਾਂਦੇ ਹੋ ਉਹਨਾਂ ਨੂੰ ਕਿਸੇ ਤਰੀਕੇ ਕਰਦੇ, ਫਿਰ ਤੁਸੀਂ ਉਹਨਾਂ ਦੀ 1 ਦਿਨ 2 ਦਿਨ ਵਾਕ ਕਰਾਉਂਦੇ ਹੋ ਜੰਗਲ ਦੇ ਵਿੱਚ,
ਫਿਰ ਜਾਂ ਤਾਂ ਤੁਸੀਂ ਕੰਧ ਟਪਾਉਂਦੇ ਹੋ ਜਾਂ ਤੁਸੀਂ ਵਾਇਰ ਕੱਟ ਕੇ ਉਹਨਾਂ ਨੂੰ ਉੱਥੋਂ ਕਢਾ ਕੇ ਭਜਾ ਦਿੰਦੇ ਹੋ। ਉਹ ਜਿੱਦਾਂ ਹੀ ਉੱਥੋਂ ਭੱਜਦੇ ਆ, ਅੱਗੇ ਜਾ ਕੇ ਬਾਰਡਰ ਵਾਲੇ ਬੈਠੇ ਆ, ਉਹਨਾਂ ਨੂੰ ਫੜ ਲੈਂਦੇ ਆ ਤੇ ਕੈਂਪ ਦੇ ਵਿੱਚ ਰੱਖ ਦਿੰਦੇ ਆ। ਹੁਣ ਉਹ ਕੈਂਪ ਅਲੱਗ-ਅਲੱਗ ਲੋਕੇਸ਼ਨਸ ਦੇ ਉੱਤੇ ਨੇ। ਹੁਣ ਇਸੀ ਸਾਲ ਬਹੁਤ ਸਾਰੇ ਲੋਕ ਗਏ ਔਰ 21-20 ਲੱਖ ਰੁਪਈਆ, 23 ਲੱਖ ਰੁਪਈਆ, 25 ਲੱਖ ਰੁਪਏ ਤੱਕ ਵੀ ਲੋਕਾਂ ਨੇ ਪੇ ਕੀਤਾ। ਪੇ ਕਰਨ ਤੋਂ ਬਾਅਦ ਉਹਨਾਂ ਨੂੰ ਮਹੀਨਾ, 2 ਮਹੀਨੇ, 6-6 ਮਹੀਨੇ ਕੈਂਪ 'ਚ ਵੀ ਰਹਿਣਾ ਪਿਆ ਉੱਥੇ। ਉਸ ਤੋਂ ਬਾਅਦ ਟਰੰਪ ਨੇ ਲਾਅ ਚੇਂਜ ਕਰਤਾ, ਕਹਿੰਦਾ ਕਿ ਅਸੀਂ ਕੋਈ ਵੀ ਜਿਹੜਾ ਇਲੀਗਲ ਇਮੀਗ੍ਰੈਂਟ ਆ ਉਹਨੂੰ ਇੱਥੇ ਸਟੇ ਨਹੀਂ ਦੇਣੀ। ਪਹਿਲਾਂ ਲੋਕੀ ਕੀ ਕਰਦੇ ਸੀ, ਉੱਥੇ ਫਿਰ ਆਪਣਾ ਬੌਂਡ ਭਰ ਕੇ ਕੈਂਪ 'ਚੋਂ ਨਿਕਲ ਜਾਂਦੇ ਸੀਗੇ, ਜਾਂ ਤਾਂ ਵਿਆਹ ਕਰਾ ਲੈਂਦੇ ਸੀਗੇ, ਠੀਕ ਹੈ, ਜਾਂ ਚੋਰੀ ਕੰਮ ਕਰਦੇ ਰਹਿੰਦੇ ਸੀ ਇਲੀਗਲੀ ਕੈਸ਼ ਦੇ ਉੱਤੇ। ਟਰੰਪ ਨੇ ਸਾਰਾ ਹੀ 700-800 ਬੰਦਾ ਇੱਕ ਕੈਂਪ ਦਾ ਇਕੱਠਾ ਹੀ ਵਾਪਸ ਭੇਜਿਆ। ਜੀ ਬਿਲਕੁਲ। ਮੇਰੇ ਕੋਲ ਵੀ ਕੁਝ ਕਲਾਇੰਟ ਆਏ ਸੀ ਇੱਦਾਂ ਦੇ, ਉਹਨਾਂ ਨੇ ਹੀ ਮੈਨੂੰ ਦੱਸਿਆ ਕਿ ਸਰ ਸਾਨੂੰ ਇੱਦਾਂ 6 ਮਹੀਨੇ ਉੱਥੇ ਰੱਖਿਆ ਗਿਆ, ਫਲੋਰੀਡਾ ਦੇ ਵਿੱਚ ਰੱਖਿਆ, ਕਿਸੇ ਨੂੰ ਕੈਲੀਫੋਰਨੀਆ 'ਚ ਰੱਖਿਆ, ਅਸੀਂ 25-30 ਲੱਖ ਰੁਪਏ ਵੀ ਦੇ ਦਿੱਤਾ ਏਜੰਟ ਨੂੰ, ਉਸ ਤੋਂ ਬਾਅਦ ਹੁਣ ਅਸੀਂ ਵਾਪਸ ਆ ਗਏ। ਸੋ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈ, ਤੁਹਾਨੂੰ ਨਹੀਂ ਜਾਣਾ ਚਾਹੀਦਾ। ਸਿੱਧੇ ਤਰੀਕੇ ਜਾਓ। $160 ਫੀਸ ਹੈ USA ਟੂਰਿਸਟ ਵੀਜ਼ਾ ਦੀ ਜੀ, $160। ਤੁਸੀਂ 25-30 ਹਜ਼ਾਰ ਰੁਪਏ ਖਰਚ ਕਰਕੇ ਜਦ USA ਜਾ ਸਕਦੇ ਹੋ। श्योर नहीं वीज़ा लगे ना लगे, सिर्फ इन्ना ही है। एक बार नहीं लगेगा, 2 बार नहीं लगेगा। आपने देखो ਤੁਹਾਡੀ ਫਾਈਲ 'ਚ ਕੀ ਪ੍ਰੋਬਲਮ ਆਈ ਆ, ਉਹਨਾਂ ਨੇ ਕੀ ਕੁਐਸਚਨ ਪੁੱਛਿਆ, ਤੁਹਾਡੇ ਤੋਂ ਗਲਤ ਜਵਾਬ ਦਿੱਤਾ ਗਿਆ, ਉਹਨੂੰ ਸਾਰੀ ਚੀਜ਼ਾਂ ਨੂੰ ਅਸੀਂ ਰੈਕਟੀਫਾਈ ਕਰਾਂਗੇ, ਅਸੀਂ ਠੀਕ ਕਰਾਂਗੇ, ਫਾਈਲ ਬੈਟਰ ਬਣਾਵਾਂਗੇ, ਦੁਬਾਰਾ ਅਪਲਾਈ ਕਰ ਦਿੰਦੇ ਹਾਂ। ਕੈਨੇਡਾ ਅਪਲਾਈ ਕਰ ਦਿੰਦੇ ਕਿਸੇ ਹੋਰ। ਬਟ 25-30 ਲੱਖ ਰੁਪਏ ਤਾਂ ਤੁਸੀਂ ਇੱਥੇ ਲਗਾ ਕੇ ਬਿਜ਼ਨਸ ਇੰਡੀਆ 'ਚ ਸ਼ੁਰੂ ਕਰ ਸਕਦੇ ਹੋ। ਸੋ ਤੁਹਾਨੂੰ ਇੰਨਾ ਪੈਸਾ ਜਿਹੜਾ ਵੇਸਟ ਕਰਨਾ, ਔਰ ਸਭ ਤੋਂ ਵੱਡਾ ਆਪਣੀ ਜਾਨ ਦਾ ਰਿਸਕ ਜੀ। ਪਿੱਛੇ ਜਿਹੜੇ ਪੇਰੈਂਟਸ ਨੇ ਇੰਨਾ ਸੋਚ ਕੇ ਤੁਹਾਨੂੰ ਭੇਜਿਆ, ਉਹਨਾਂ ਦੀ ਸਾਰੀ ਉਮੀਦਾਂ ਤੇ ਪਾਣੀ ਫਿਰ ਜਾਂਦਾ। ਸੋ ਇਹਨਾਂ ਚੀਜ਼ਾਂ ਨੂੰ ਮੇਰੇ ਖਿਆਲ ਨਾਲ ਡੋਂਕੀ ਵਾਲੀ ਸਾਈਡ, ਇਹ ਮੈਂ ਸਿਰਫ USA ਦੀ ਗੱਲ ਕੀਤੀ, ਲੋਕੀ ਕੈਨੇਡਾ 'ਚ ਵੀ ਇੱਦਾਂ ਹੀ ਜਾਂਦੇ ਨੇ, ਲੋਕੀ ਸ਼ੈਨਗਨ ਕੰਟਰੀਜ਼, UK, ਜਰਮਨੀ, ਗ੍ਰੀਸ, ਪੋਰਚੁਗਲ, ਇਹਨਾਂ ਸਾਰੀਆਂ ਕੰਟਰੀਆਂ 'ਚ ਵੀ ਇੱਦਾਂ ਇਲੀਗਲ ਜਾਂਦੇ ਨੇ। ਸੋ ਬਿਲਕੁਲ ਵੀ ਇਸ ਚੀਜ਼ ਨੂੰ ਕਦੀ ਕੰਸੀਡਰ ਨਹੀਂ ਕਰਨਾ ਚਾਹੀਦਾ। ਤੁਹਾਨੂੰ ਜਿਹੜਾ ਜੈਨੂਇਨ ਤਰੀਕਾ ਗਵਰਨਮੈਂਟ ਨੇ ਦਿੱਤਾ ਹੋਇਆ ਹੈ ਉਹਦੇ ਥਰੂ ਜਾਓ। ਤੁਹਾਨੂੰ ਕੋਈ ਪ੍ਰੋਬਲਮ ਹੈ, ਦੇਖੋ ਸਾਡੇ ਕੋਲ ਬਹੁਤ ਸਾਰੇ ਇੱਦਾਂ ਦੇ ਕਲਾਇੰਟ ਆਉਂਦੇ ਆ ਜਿਨ੍ਹਾਂ ਨੂੰ ਅਸੀਂ ਉਹਨਾਂ ਦੀ ਬੈਟਰ ਫਾਈਲ ਪ੍ਰਿਪੇਅਰ ਕਰਕੇ, ਟਾਈਮ ਲੱਗਦਾ, ਸਾਲ ਲੱਗ ਜਾਂਦਾ, ਡਾਕੂਮੈਂਟੇਸ਼ਨ ਸਾਰੇ ਪ੍ਰਿਪੇਅਰ ਕਰਨ ਤੋਂ ਬਾਅਦ ਫਿਰ ਉਹਨਾਂ ਦਾ ਅਪਲਾਈ ਕਰੀਦਾ ਹੈ ਤੇ ਉਹਨਾਂ ਨੂੰ ਵੀਜ਼ਾ ਮਿਲ ਵੀ ਜਾਂਦਾ ਹੈ। ਬਿਲਕੁਲ ਜੀ ਸਰ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਇੱਥੇ ਆਏ। ਸਵਾਲ ਤਾਂ ਹੋਰ ਵੀ ਬਹੁਤ ਨੇ ਪਰ ਸਾਨੂੰ ਇਸ ਵਕਤ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਇੱਦਾਂ ਦੇ ਹੋਰ ਵੀ ਬਹੁਤ ਸਾਰੇ ਸਵਾਲ ਤੇ ਜਵਾਬ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਲਈ ਤੁਸੀਂ ਸਾਨੂੰ ਦੇ ਇਜਾਜ਼ਤ ਤੇ ਜੁੜੇ ਰਹੋ ਰੌਣਕ ਪੰਜਾਬ ਦੀ TV ਦੇ ਨਾਲ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ।